ਤੁਸੀਂ ਸੁਣ ਰਹੇ ਹੋ ਅੱਜ ਸਿਫਰਨਵੀਸ ਇਕਵਿੰਦਰਪਾਲ ਸਿੰਘ ਨੂੰ। ਆਖਰੀ ਕਲਮ ਪ੍ਰਕਾਸ਼ਨ ਇੱਕ ਮੁਕਤ ਸੰਸਥਾ ਜਿਸ ਦੀ ਆਵਾਜ਼ ਬਣ ਕੇ ਮੈਂ ਤੁਹਾਡੇ ਰੂਬਰੂ ਹਾਂ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ਾ ਅੱਜ ਦਾ ਰਚਨਾ ਤੋਂ ਸੰਵਾਦ ਦੇ ਦਰਮਿਆਨ ਵਿਦਿਆ ਅਤੇ ਗਿਆਨ ਦੀ ਰਵਾਇਤ। ਜਿਵੇਂ ਕਿ ਮੈਨੂੰ ਸੁਣਨ ਵਾਲੇ ਜਾਣਦੇ ਨੇ, ਇੱਕ ਲੇਖਕ ਦੇ ਵਜੋਂ ਤੇ ਇੱਕ ਵਿਦਿਆਰਥੀ ਦੇ ਵਜੋਂ ਮੇਰਾ ਵਿਸ਼ਾ ਵੀ ਵਿਦਿਆਰਥੀ ਜੀਵਨ ਦੇ ਦੁਆਲੇ ਹੀ ਰਹਿੰਦਾ ਹੈ। ਵਿਸ਼ਿਆਂ ਦੀ ਕਹਾਣੀ ਵਿੱਚ ਜਦੋਂ ਕੋਈ ਵਿਸ਼ਾ ਚੁਣਿਆ ਜਾਂਦਾ ਹੈ, ਉਸ ਦੇ ਦੁਆਲੇ ਸਾਰੀ ਬੁਣਤਰ ਤਰਕਾਂ ਦੀ, ਭਾਵਨਾਵਾਂ ਦੀ ਆਪਣੇ ਆਪ ਬੁਣੀ ਜਾਂਦੀ ਹੈ। ਉਸ ਦੇ ਵਿੱਚ ਤੁਹਾਡਾ ਸਾਥ ਦਿੰਦੇ ਨੇ ਅੱਖਰ, ਅੱਖਰਾਂ ਚੋਂ ਸ਼ਬਦ ਬਣਦੇ ਨੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਦੇ ਨਾਲ ਸੰਵਾਦ ਸਿਰਜੇ ਜਾਂਦੇ ਨੇ। ਰਚਨਾਤਮਕ ਖੇਤਰ ਵਿੱਚ ਜਦੋਂ ਗੱਲ ਅੱਗੇ ਤੁਰਦੀ ਹੈ, ਉਦੋਂ ਸਭ ਤੋਂ ਪਹਿਲਾ ਮੁੱਢਲਾ ਸੰਵਾਦ ਦਾ ਖੇਤਰ ਭਾਸ਼ਾ ਬਣ ਕੇ ਆਉਂਦੀ। ਭਾਸ਼ਾ ਕੋਈ ਵੀ ਹੋ ਸਕਦੀ ਹੈ। ਕਿਸੇ ਨੂੰ ਕੋਈ ਭਾਸ਼ਾ ਆਉਂਦੀ ਹੈ, ਕਿਸੇ ਨੂੰ ਕੋਈ, ਔਰ ਭਾਸ਼ਾ ਦੇ ਖੇਤਰ ਵਿੱਚ ਆਣ ਕੇ ਸਲੀਕਿਆਂ ਦੀ ਗੱਲ ਵੀ ਅਹਿਮੀਅਤ ਰੱਖਦੀ ਹੈ। ਅੱਜ ਉਹਨਾਂ ਸਲੀਕਿਆਂ ਚੋਂ ਕੁਝ ਇੱਕ ਚੀਜ਼ਾਂ ਬਾਰੇ ਅਸੀਂ ਗੱਲ ਕਰਨੀ ਹੈ ਤੇ ਮੈਂ ਚਾਹਾਂਗਾ ਕਿ ਤਵੱਜੋ ਜ਼ਰੂਰ ਦਿੱਤੀ ਜਾਵੇ। ਰਚਨਾ ਸੰਵਾਦ ਇੱਕ ਕਿਤਾਬ ਹੈ ਜਿਸ ਦੇ ਵਿੱਚ ਵੱਖ-ਵੱਖ ਫਲਸਫੇਕਾਰਾਂ ਦੀ, ਫਿਲਾਸਫਰ, ਦਾਰਸ਼ਨਿਕਾਂ ਦੀ ਨਿੱਜੀ ਜਾਣ ਪਛਾਣ ਤੇ ਉਹਨਾਂ ਦੇ ਨਿੱਜੀ ਵਿਚਾਰਾਂ ਦਾ ਖੇਤਰ ਹੈ, ਉਹਨੂੰ ਅਨੁਵਾਦ ਕੀਤਾ ਗਿਆ ਹੈ। ਤੇ ਉਹਨਾਂ ਅਨੁਵਾਦਾਂ ਵਿੱਚੋਂ ਇੱਕ ਅਧਿਆਇ ਹੈਗਾ ਕਠਿਨ ਲੇਖਣ, ਸੰਯੋਗ ਜਾਂ ਵਿਉਂਤਬੱਧਤਾ। ਭਾਵ ਕਿ ਇਹ ਆਪ ਮੁਹਾਰੇ ਹੁੰਦੀ ਹੈ ਕਠਿਨ ਲੇਖਣੀ, ਜਾਂ ਕਿਸੇ ਪ੍ਰੀ ਪਲਾਨ ਸਲੀਕੇ ਦੇ ਨਾਲ। ਇਹ ਯਾਕ ਦੈਰੀਦਾ ਦੀ ਵਿਚਾਰ ਹੈਗੀ ਹੈ, ਮੇਰੀ ਆਪਣੀ ਨਹੀਂ। ਉਸਦਾ ਮੈਂ ਇੱਕ ਸਵਾਲ ਤੇ ਜਵਾਬ ਹੀ ਸਾਂਝਾ ਕਰਨਾ ਹੈ। ਉਸ ਜਵਾਬ ਦੇ ਵਿੱਚ ਹੀ ਉਮੀਦ ਹੈ ਕਿ ਗੱਲ ਸ਼ੁਰੂਆਤ ਜਿੱਥੋਂ ਮੈਂ ਕਰਨੀ ਹੈ ਉਹ ਸਹੀ ਤਰੀਕੇ ਦੇ ਨਾਲ ਸਾਹਮਣੇ ਆ ਸਕੇਗੀ। ਸਵਾਲ ਸੀ ਕਿ ਸੰਖੇਪ ਵਿੱਚ ਤੁਸੀਂ ਦਾਰਸ਼ਨਿਕ ਤੋਂ ਵੀ ਇਹੀ ਉਮੀਦ ਰੱਖਦੇ ਹੋ ਜੋ ਵਿਗਿਆਨੀ ਤੋਂ ਕੀਤੀ ਜਾਂਦੀ ਹੈ। ਕਿਸੇ ਅਨੁਵਾਦ ਦੀ, ਕਿਸੇ ਅਜਿਹੇ ਸਪਸ਼ਟੀਕਰਨ ਦੀ ਜ਼ਰੂਰਤ ਜੋ ਕਿਸੇ ਦੂਸਰੇ ਦੁਆਰਾ ਹੀ ਸੰਪੂਰਨ ਕੀਤੀ ਜਾ ਸਕਦੀ ਹੋਵੇ। ਯਾਕ ਦੈਰੀਦਾ ਉਸਦਾ ਜਵਾਬ ਦੇ ਰਹੇ ਆ। ਜਵਾਬ ਇਹ ਹੈ ਕਿ ਅਸੀਂ ਸਾਰੇ ਵਿਚੋਲੇ ਅਨੁਵਾਦਕ ਹੀ ਹਾਂ। ਹੋਰਨਾਂ ਖੇਤਰਾਂ ਦੀ ਤਰ੍ਹਾਂ ਦਰਸ਼ਨ ਦੇ ਖੇਤਰ ਵਿੱਚ ਵੀ ਤੁਹਾਨੂੰ ਬਿਨਾਂ ਇਸ ਦੇ ਬਾਰੇ ਸੁਚੇਤ ਹੋਏ ਬਹੁਤ ਜ਼ਿਆਦਾ ਮਾਤਰਾ ਵਿੱਚ ਜਮ੍ਹਾਂ ਹੋ ਚੁੱਕੇ ਵਿਚਾਰਾਂ ਅਤੇ ਮਾਨਤਾਵਾਂ ਦੀ ਰਾਸ਼ੀ ਦੇ ਨਾਲ ਹੀ ਹੋਰਨਾਂ ਨੂੰ ਸੌਂਪੇ ਅਤੇ ਉਹਨਾਂ ਦੁਆਰਾ ਸੰਪੂਰਨ ਕੀਤੇ ਗਏ ਕਾਰਜਾਂ, ਜਿਵੇਂ ਅਕਾਦਮਿਕ ਵਿਦਵਾਨਾਂ, ਅਖਬਾਰਾਂ, ਪੱਤਰਿਕਾਵਾਂ, ਪੁਸਤਕਾਂ, ਮੀਡੀਆ ਉੱਤੇ ਵੀ ਨਜ਼ਰ ਰੱਖਣੀ ਪੈਂਦੀ ਹੈ।
ਭਾਵੇਂ ਕਿ ਇਸ ਸਭ ਦੇ ਬਾਰੇ ਤੁਸੀਂ ਬਹੁਤ ਜ਼ਿਆਦਾ ਆਸਵੰਦ ਨਾ ਹੋਵੋ। ਆਖਰ ਕਿਸੇ ਦਾਰਸ਼ਨਿਕ ਤੋਂ ਹੀ ਸਰਲ ਹੋਣ ਦੀ ਉਮੀਦ ਕਿਉਂ ਕੀਤੀ ਜਾਂਦੀ ਹੈ? ਆਖਰ ਹੋਰ ਕਿਸੇ ਵਿਗਿਆਨੀ ਆਦਿ ਤੋਂ, ਜਿਹੜੇ ਦਾਰਸ਼ਨਿਕ ਦੀ ਤੁਲਨਾ ਵਿੱਚ ਕਿਤੇ ਵਧੇਰੇ ਔਖੇ ਹੁੰਦੇ ਹਨ, ਇਹ ਉਮੀਦ ਕਿਉਂ ਨਹੀਂ ਕੀਤੀ ਜਾਂਦੀ? ਹੋਰ ਲੇਖਕਾਂ ਤੋਂ ਇਹ ਆਸ ਕਿਉਂ ਨਹੀਂ ਕੀਤੀ ਜਾਂਦੀ, ਜਿਹੜੇ ਕੇਵਲ ਮੁਸ਼ਕਿਲ ਲੱਗਣ ਦੀ ਹੀ ਕੀਮਤ ਉੱਪਰ ਨਵੇਂ ਰਾਹਾਂ ਦੀ ਖੋਜ ਜਾਂ ਉਹਨਾਂ ਦਾ ਨਿਰੂਪਣ ਕਰ ਸਕਦੇ ਹਨ, ਜਿਹੜੇ ਉਸ ਗ੍ਰਹਿਣਤਾ ਨੂੰ ਵੀ ਖਤਰੇ ਵਿੱਚ ਪਾ ਕੇ ਹੀ ਅਜਿਹਾ ਕਰ ਸਕਦੇ ਹਨ, ਜਿਹੜਾ ਉਹਨਾਂ ਨੂੰ ਬਹੁਤ ਧੀਮੀ ਗਤੀ ਨਾਲ ਸੋਚ ਸਮਝ ਕੇ ਦਿੱਤੀ ਜਾਂਦੀ ਹੈ, ਅਤੇ ਕਦੀ-ਕਦੀ ਗਲਤਫਹਿਮੀ 'ਚ ਲੋਕ ਉਹਨਾਂ ਨੂੰ ਪੜ੍ਹ ਲੈਂਦੇ ਹਨ। ਕਦੀ-ਕਦੀ ਤਾਂ ਇਹ ਵੀ ਸੰਭਵ ਨਹੀਂ ਹੋ ਪਾਉਂਦਾ। ਵਾਸਤਵ ਵਿੱਚ ਇਹ ਇੱਕ ਰੁਕਾਵਟ ਹੈ। ਮੈਂ ਮੰਨਦਾ ਹਾਂ ਕਿ ਅਪੜਨਯੋਗ ਪਾਠ ਹੋਣ ਦਾ ਦੋਸ਼ ਲੇਖਕ ਉੱਪਰ ਹੀ ਲੱਗਦਾ ਹੈ, ਅਰਥਾਤ ਕਿਸੇ ਅਜਿਹੇ ਵਿਅਕਤੀ ਉੱਪਰ ਜਿਹੜਾ ਭਾਸ਼ਾ ਦੇ ਨਾਲ, ਉਸ ਦੀ ਬਣੀ ਬਣਾਈ ਰੂਪ ਰਚਨਾ ਦੇ ਨਾਲ ਅਤੇ ਜਿਸ ਨੂੰ ਗ੍ਰਹਿਣ ਕਰਨ ਯੋਗ ਮੰਨਿਆ ਜਾਂਦਾ ਹੈ, ਉਸ ਦੇ ਰਹੱਸਾਂ ਚੈਨਲਾਂ ਦੇ ਨਾਲ ਜੂਝਦਾ ਹੈ। ਇਸ ਤਰ੍ਹਾਂ ਦੋਸ਼ੀ ਕੋਈ ਉਹ ਹੁੰਦਾ ਹੈ ਜੋ ਜਨ ਸਮੂਹਾਂ ਅਤੇ ਅਨੇਕ ਬੋਲੀਆਂ ਦੇ ਅਨੁਸ਼ਠਾਨਾਂ ਵਿਚਕਾਰ ਸੰਬੰਧਾਂ ਨੂੰ ਪੁਨਰ ਸਥਾਪਿਤ ਕਰਦਾ ਹੈ। ਸੰਯੋਗ ਨਾਲ ਜੇਕਰ ਇਹ ਦਾਰਸ਼ਨਿਕ ਹੁੰਦਾ ਜਾਂ ਹੁੰਦੀ ਹੈ, ਤਾਂ ਕਿਉਂਕਿ ਨਾ ਤਾਂ ਉਹ ਸ਼ੁੱਧ ਰੂਪ ਨਾਲ ਅਕਾਦਮਿਕ ਵਾਤਾਵਰਣ ਵਿੱਚ ਬੋਲਦਾ ਜਾਂ ਬੋਲਦੀ ਹੈ, ਨਾ ਹੀ ਅਕਾਦਮਿਕ ਸਮੁਦਾਇ ਦੀ ਭਾਸ਼ਾ, ਭਾਸ਼ਣ ਕਲਾ ਅਤੇ ਉਹਨਾਂ ਰੂੜੀਆਂ ਨਾਲ ਚਿੰਬੜਿਆ ਜਾਂ ਚਿੰਬੜੀ ਰਹਿੰਦੀ ਹੈ, ਜਿਹੜੀਆਂ ਉਸ ਸਮੇਂ ਪ੍ਰਚਲਨ ਵਿੱਚ ਹੁੰਦੀਆਂ ਹਨ, ਅਤੇ ਨਾ ਹੀ ਉਹਨਾਂ ਸਾਰਿਆਂ ਦੀ ਭਾਸ਼ਾ ਦੀ ਵਰਤੋਂ ਕਰਦਾ ਜਾਂ ਕਰਦੀ ਹੈ, ਜੋ ਅਸਤਿਤਵ ਵਿੱਚ ਹੁੰਦੀਆਂ ਹੀ ਨਹੀਂ। ਇਸ ਲਈ ਉਸ ਦੇ ਉੱਪਰ ਔਖਿਆਈ ਜਾਂ ਔਖਾ ਹੋਣ ਦਾ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ। ਚੀਜ਼ਾਂ ਮੇਰੇ ਲਈ ਉਦੋਂ ਜ਼ਿਆਦਾ ਕਰੂਰ ਹੋ ਗਈਆਂ। ਸੁਭਾਗਮਈ ਸਥਿਤੀ ਇਹ ਹੈ ਕਿ ਲੋਕ ਉਹਨਾਂ ਲੇਖਕਾਂ ਬਾਰੇ ਕੋਈ ਸ਼ਿਕਾਇਤ ਨਹੀਂ ਕਰਦੇ ਜਿਨ੍ਹਾਂ ਨੂੰ ਉਹ ਪੜ੍ਹਦੇ ਹੀ ਨਹੀਂ। ਜਦੋਂ ਹੁਸਲਰ ਉੱਤੇ ਕੁਝ ਪੁਸਤਕਾਂ ਤੋਂ ਬਾਅਦ ਮੈਂ ਕੁਝ ਵਿਧਾਵਾਂ ਨੂੰ ਦੂਸ਼ਿਤ ਕਰਨ ਦੇ ਕੰਮ ਨੂੰ ਅੱਗੇ ਵਧਾਇਆ, ਲੋਕਾਂ ਨੇ ਆਵਾਜ਼ ਉਠਾਈ ਕਿ ਵਿਧਾਵਾਂ ਦਾ ਕਾਲਾ ਮਾਲਾ ਕੀਤਾ ਜਾ ਰਿਹਾ ਹੈ, ਪਰ ਇਹ ਸ਼ਬਦ ਉਚਿਤ ਨਹੀਂ ਹਨ। ਇਸ ਲਈ ਸ਼ਾਇਦ ਕੁਝ ਪਾਠਕ ਮੇਰੇ ਤੋਂ ਖਿਝ ਗਏ, ਕਿਉਂਕਿ ਮੇਰੇ ਲੇਖਣ ਵਿੱਚ ਉਹ ਆਪਣੀ ਜਾਣੀ ਪਛਾਣੀ ਜ਼ਮੀਨ ਨਹੀਂ ਵੇਖ ਪਾ ਰਹੇ ਸਨ। ਆਪਣੇ ਘਰ ਵਿੱਚ ਹੋਣਾ ਜਾਂ ਆਪਣਿਆਂ ਵਿੱਚ ਹੋਣਾ ਮਹਿਸੂਸ ਨਹੀਂ ਕਰ ਪਾ ਰਹੇ ਸਨ। ਇਹ ਸੀ ਯਾਕ ਦੈਰੀਦਾ ਦੀ ਮੁੱਢਲੀ ਗੱਲਬਾਤ, ਜਾਂ ਕਹਿ ਲਓ ਮੇਰੇ ਅੱਜ ਦੇ ਵਿਚਾਰ ਵਟਾਂਦਰੇ ਦਾ ਮੁੱਢ। ਜਿਹੜੀ ਚੀਜ਼ ਸਾਡੇ ਪ੍ਰਚਲਨ ਵਿੱਚ ਨਾ ਹੋਵੇ, ਜਾਂ ਕਿਸੇ ਕਾਰਨਵਸ਼ ਕਿਸੇ ਦੀ ਗਿਣੀ ਮਿੱਥੀ ਨੀਤੀ ਦੇ ਤਹਿਤ ਸਾਡੇ ਆਮ ਆਚਾਰ ਵਿਹਾਰਾਂ ਤੋਂ ਵੀ ਵਿਹਾਰਾਂ ਤੋਂ ਵੀ ਉਸ ਚੀਜ਼ ਨੂੰ ਸਾਹਮਣੇ ਹਟਾ ਦਿੱਤਾ ਗਿਆ ਹੋਵੇ, ਉਦੋਂ ਇੱਕ ਲਹਿਰ ਵਾਂਗੂ ਭੱਜੀ ਜਾਂਦੀ ਜ਼ਿੰਦਗੀ ਵਿੱਚ ਕਿਸੇ ਕੋਲ ਇਹ ਫੁਰਸਤ ਨਹੀਂ ਹੁੰਦੀ ਕਿ ਰੁਕ ਕੇ ਉਸ ਸਾਈਡ ਤੇ ਪਈ ਚੀਜ਼ ਨੂੰ ਫਰੋਲ ਵੇਖਿਆ ਜਾਵੇ ਕਿ ਕੀ ਪਤਾ ਇਹਦੇ 'ਚ ਕੋਈ ਕੀਮਤੀ ਚੀਜ਼ ਹੈ ਵੀ ਜਾਂ ਨਹੀਂ। ਅਜਿਹੇ ਕਾਰਜਾਂ ਵੇਲੇ ਹੀ ਲੇਖਣੀ ਦੀ ਔਖੀ ਭਾਸ਼ਾ, ਜਿਹਨੂੰ ਕਹਿ ਦਿੰਦੇ ਆ, ਉਸ ਦਾ ਔਖਾਪਣ, ਜਾਂ ਕਿਸੇ ਦਾਰਸ਼ਨਿਕ ਦਾ ਜਾਂ ਕਿਸੇ ਵਿਚਾਰਵਾਨ ਦਾ ਆਊਟ ਆਫ ਕੰਟੈਕਸਟ ਹੋਣਾ, ਤੁਹਾਡੇ ਚੱਲਦੇ ਵਿਸ਼ੇ ਤੋਂ ਬਾਹਰ ਹੋ ਕੇ ਬੋਲਣਾ, ਤੁਹਾਨੂੰ ਸ਼ਾਇਦ ਇਉਂ ਲੱਗਦਾ ਹੈ ਕਿ ਉਹ ਗਿਆਨਹੀਣ ਹੈ, ਉਹ ਅਗਿਆਨੀ ਹੈ। ਸਾਡਾ ਆਪਣੇ ਪ੍ਰਚਲਿਤ ਢਾਂਚੇ ਅੰਦਰ ਜਿਉਣਾ ਤੇ ਉਸ ਕੰਫਰਟ ਜ਼ੋਨ ਦੇ ਵਿੱਚ ਮਿੱਥ ਕੇ ਬੈਠਣਾ, ਉਸ ਕੰਫਰਟ ਜ਼ੋਨ ਦੇ ਵਿੱਚ ਹੀ ਕੋਈ ਆਪਣਾ ਇਨਕਲਾਬ ਸਿਰਜ ਲੈਣਾ, ਤੇ ਉਸ ਇਨਕਲਾਬ ਨੂੰ, ਤੁਹਾਡੇ ਕਹੇ ਇਨਕਲਾਬ ਨੂੰ, ਵਾਪਸ ਉਸੇ ਹੀ ਪੋਟਲੀ ਦੇ ਵਿੱਚ, ਜਿਹਨੂੰ ਬੁੱਕਲ ਵਿੱਚ ਰੋੜੀ ਕੁੱਟਣ ਵਾਲੀ ਗੱਲ ਕਹਿ ਲਈਏ, ਉੱਥੇ ਹੀ ਚਕਨਾਚੂਰ ਕੀਤੇ ਕਿਸੇ ਪੁਰਾਣੇ ਢਾਂਚੇ ਨੂੰ, ਜਿਹੜਾ ਕਿ ਪਿਛਲਾ ਵੀ ਮਲਬਾ ਹੁੰਦਾ, ਤੇ ਉਸ ਮਲਬੇ ਵਿੱਚੋਂ ਵੀ
ਅੱਗੇ ਮਲਬਾ ਹੀ ਤਿਆਰ ਹੋਵੇ। ਉਸ ਮਲਬੇ ਨੂੰ ਅੱਗੇ ਤੁਸੀਂ ਕੋਈ ਇਮਾਰਤ ਸਿਰਜਣ ਦੀ ਆਸ ਰੱਖੋ, ਅਜਿਹਾ ਕਦੀ ਸੰਭਵ ਨਹੀਂ ਹੋਇਆ। ਜਦੋਂ ਅਸੀਂ ਸਿੱਖਿਆ ਖੇਤਰ ਵਿੱਚ ਜਾਣਾ ਹੋਵੇ, ਜਦੋਂ ਅਸੀਂ ਲੇਖਣੀ ਨੂੰ ਕਿਤੇ ਪੜ੍ਹਨਾ ਹੋਵੇ, ਇੱਕ ਲੇਖਣੀ ਆਜ਼ਾਦ ਬਾਜ਼ਾਰ ਵਿੱਚ ਘੁੰਮ ਰਹੀ ਹੈ, ਜਿਹਨੂੰ ਅਸੀਂ ਸਾਹਿਤ ਕਹਿ ਕੇ ਪੜ੍ਹਦੇ ਹਾਂ। ਉਸ ਸਾਹਿਤ ਵਿੱਚ ਇੱਕ ਨੀਵੇਂ ਦਰਜੇ ਦਾ ਸਾਹਿਤ ਵੀ ਹੈ, ਇੱਕ ਉੱਚ ਪਾਏ ਦੀ ਕਿਤਾਬ ਵੀ ਹੋਏਗੀ। ਉਸ ਕਿਤਾਬ ਨੂੰ ਤੁਸੀਂ ਪੜ੍ਹਨਾ ਹੈ, ਪੜ੍ਹ ਕੇ ਰੱਖ ਦੇਣਾ ਹੈ। ਨੀਵੇਂ ਪਾਏ ਦੀ ਕਿਤਾਬ ਨੂੰ ਤੁਸੀਂ ਚਾਰ ਕੁਝ ਨਿੰਦਾ ਦੇ ਜਾਂ ਨਾਵਾਚੀ ਸ਼ਬਦ ਬੋਲ ਦੋਗੇ। ਚੰਗੀ ਕਿਤਾਬ ਨੂੰ 1-2 ਵਾਰ ਵੱਧ ਪੜ੍ਹ ਲਓਗੇ, ਇਸ ਤੋਂ ਵੱਧ ਉਸ ਕਿਤਾਬ ਦਾ ਕਾਇਦਾ ਨਹੀਂ ਵੱਜਦਾ। ਤੇ ਨਾ ਹੀ ਲੇਖਕ ਨੂੰ ਕਦੀ ਇਸ ਗੱਲ ਦੀ ਪ੍ਰੇਰਣਾ ਮਿਲ ਸਕਦੀ ਹੈ ਕਿ ਮੈਂ ਆਪਣੀ ਲੇਖਣੀ ਨੂੰ ਆਪਣੀ ਤਾਰੀਫ ਤੋਂ ਅੱਗੇ ਵੀ ਕੁਝ ਹੋਰ ਸੋਚ ਕੇ ਲਿਖੀਏ। ਲੇਖਣੀ ਦੀ ਗੱਲ ਤੱਕ ਆਉਂਦੇ ਹੋਏ ਅਸੀਂ ਸਿਰਫ ਲਿਖਤ ਤੱਕ ਸੀਮਤ ਹੋ ਕੇ ਬਹਿ ਜਾਂਦੇ ਹਾਂ। ਵਜ੍ਹਾ ਸਿਰਫ ਇੰਨੀ ਹੈ ਕਿ ਸਾਡੀ ਪਹਿਲੀ ਪ੍ਰਾਪਤੀ ਇੱਕ ਬਾਜ਼ਾਰ ਤੱਕ ਪਹੁੰਚਣ ਦੀ, ਆਖਰੀ ਪ੍ਰਾਪਤੀ ਉਹਦੇ ਤੋਂ ਅਨੁਸ਼ੰਸਾ ਤੇ ਪ੍ਰਸ਼ੰਸਾ ਪਾਉਣ ਤੱਕ ਦੀ। ਬਸ ਇੱਥੋਂ ਸਾਡੇ ਅੰਦਰ ਲਿਬਰਲ ਆਰਟ ਦੀ ਇੱਕ ਭੁੱਖ, ਇੱਕ ਮੰਗ ਮਰ ਜਾਂਦੀ ਹੈ। ਐਜੂਕੇਸ਼ਨ ਖੇਤਰ ਵਿੱਚ, ਸਿੱਖਿਆ ਖੇਤਰ ਦੇ ਬਹੁਤ ਸਾਰੇ ਪੜਾਅ ਨੇ, ਜਿਸ ਦੇ ਉੱਤੇ ਟਿੱਪਣੀਆਂ ਅਤੇ ਉਸਦੇ ਢਾਂਚੇ ਅੰਦਰ ਬਹੁਤ ਸਾਰੇ ਗੁਣ ਤੇ ਦੋਸ਼ ਇਕੱਠੇ ਚੱਲਦੇ ਨੇ। ਕਦੀ ਗੁਣਾਂ ਤੋਂ ਬਾਹਰੀ ਸਿੱਖਿਆ ਨਹੀਂ ਹੋ ਸਕਦੀ ਤੇ ਦੋਸ਼ਾਂ ਤੋਂ ਰਹਿਤ ਸਿੱਖਿਆ ਹੋ ਸਕਦੀ ਹੋਣ ਦੇ ਬਾਵਜੂਦ ਹੋ ਨਹੀਂ ਰਹੀ। ਉਸ ਦੀ ਵਜ੍ਹਾ ਕਈ ਹਿੱਸਿਆਂ ਵਿੱਚ ਵੰਡਣੀ ਪਏਗੀ। ਉਹਨਾਂ ਹਿੱਸਿਆਂ ਨੂੰ ਆਪਣੇ ਅੰਦਰ ਸਾਂਭ ਕੇ ਰੱਖਣਾ ਹੋਵੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਸਾਨੂੰ ਆਪਣੇ ਐਜੂਕੇਸ਼ਨ ਸਿਸਟਮ ਨੂੰ 2 ਨਹੀਂ 3 ਪਰਤਾਂ ਵਿੱਚੋਂ ਛਾਂਟਣਾ ਪਏਗਾ। ਉਹਨਾਂ ਵਿਸ਼ਿਆਂ ਨੂੰ ਛਾਂਟਣ ਲੱਗੇ ਅਸੀਂ ਅਕਸਰ ਬਾਜ਼ਾਰ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ। ਬਾਜ਼ਾਰ ਸਾਡੇ ਕਿਸੇ ਜੀਵਨ ਢਾਂਚੇ ਅੰਦਰ ਇੰਨਾ ਰਲਗੱਡ ਹੋ ਚੁੱਕਾ ਹੈ ਕਿ ਹੁਣ ਬਾਜ਼ਾਰਵਾਦ ਆਪਣੀਆਂ ਮੰਗਾਂ ਵਿਅਕਤੀ ਤੇ ਸਮਾਜ ਨੂੰ ਮਸ਼ੀਨੀਕਰਨ ਦੇ ਅੰਦਰ ਫਿੱਟ ਕਰਕੇ ਰੱਖ ਚੁੱਕਾ ਹੈ। ਹੋ ਸਕਦਾ ਹੈ ਪਿਛਲੇ 100 ਸਾਲ ਪਹਿਲੇ ਇਹ ਗੱਲ ਰੱਖ ਰਿਹਾ ਹੈ, ਇੱਕ ਕੰਟੀਨਿਊ ਪ੍ਰੋਸੈਸ ਵਿੱਚ ਹੋ ਸਕਦਾ ਸੀਗਾ, ਪਰ ਹੁਣ ਜਿੱਥੇ ਅਸੀਂ 21ਵੀਂ ਸਦੀ ਦੇ ਪਹਿਲੇ 21 ਵਰ੍ਹੇ ਕੱਢ ਚੁੱਕੇ ਹਾਂ, ਉੱਥੇ ਸਾਰਾ ਕੁਝ ਮਸ਼ੀਨੀਕਰਨ ਦਾ ਨਿਰਧਾਰਿਤ ਹੋ ਚੁੱਕਾ ਹੈ। ਜਦੋਂ ਕਿਸੇ ਕੋਲ 2020 ਦੇ ਨਵੇਂ ਸਿੱਖਿਆ ਕਾਨੂੰਨ ਦੇ ਮੋਡਿਊਲ ਦੀ ਗੱਲ ਪਹੁੰਚਦੀ ਹੋਵੇ, ਜਿਸ ਨੇ ਇਸ ਸਾਰੇ ਨਵੇਂ ਕਾਨੂੰਨ ਦੇ ਡਰਾਫਟ ਨੂੰ ਪੜ੍ਹਿਆ ਹੈ, ਉਹਦੇ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਦਿਸਦਾ ਤੇ ਪੱਛਮ ਦਾ ਹੈ, ਪਰ ਪੱਛਮ ਦਾ ਨਾ ਹੋ ਕੇ ਭਾਰਤੀ ਸੰਸਕ੍ਰਿਤੀ ਦੇ ਪ੍ਰਾਚੀਨ ਖੇਤਰ ਚੋਂ ਇੱਕ ਤੱਤਸਾਰ ਸਾਡੇ ਮੂਹਰੇ ਰੱਖ ਦਿੱਤਾ ਹੈ, ਜਿਸ ਤੱਤਸਾਰ ਨੂੰ ਸਮਝਣ ਜਾਂ ਬੁੱਝਣ ਦੀ ਗੱਲ ਨਾ ਕਦੀ ਪਹਿਲਾਂ ਹੋਈ ਹੈ, ਨਾ ਹੁਣ ਹੋਣੀ ਹੈ। ਹੁਣ ਤਾਂ ਕੁਝ ਸਮਾਜਿਕ ਘਟਨਾਵਾਂ ਨੇ, ਘਟਨਾਕ੍ਰਮ ਇਕੱਠੇ ਜਿਹੜੇ ਚੱਲੇ ਨੇ, ਉਹਨਾਂ ਨੇ ਇਸ ਵਿਚਾਰ ਤੇ ਸੰਵਾਦ ਦੀ ਸਾਰੀ ਹੋਂਦ ਹੀ ਮੁਕਾ ਦਿੱਤੀ, ਸੰਭਾਵਨਾ ਰਹੀ ਨਹੀਂ। ਇਸ ਲਈ ਹੁਣ ਜਦੋਂ ਸਾਨੂੰ ਇਹ ਕਿਹਾ ਜਾਏਗਾ ਕਿ ਲਰਨਿੰਗ ਬੇਸਿਸ ਐਜੂਕੇਸ਼ਨ ਲੈਣੀ ਹੈ, ਇੱਕ ਪੈਸਿਵ ਐਜੂਕੇਸ਼ਨ ਦਾ ਦੌਰ ਮੰਗਿਆ ਜਾ ਰਿਹਾ ਹੈ, ਉਹ ਵੀ ਸਿਰਫ ਕਾਗਜ਼ਾਂ ਵਿੱਚ। ਸਕੂਲ ਇੰਸਟੀਟਿਊਸ਼ਨ ਉਹ ਆਨਲਾਈਨ ਹਾਈ ਟੈਕਨੀਕ ਤੇ ਜਾ ਰਹੇ ਨੇ। ਹਾਈ ਟੈਕਨੀਕ ਤੇ ਜਾਂਦੇ ਜਾਂਦੇ ਉਸ ਘੇਰੇ ਵੱਲ ਵੱਧ ਰਹੇ ਨੇ, ਜਿਸ ਘੇਰੇ ਵਿੱਚ ਤੁਹਾਡੇ ਆਪਣੇ ਬੱਚੇ
ਖੁਦ ਨਹੀਂ ਤੈਅ ਕਰ ਪਾਉਣਗੇ ਕਿ ਉਹਨਾਂ ਨੇ ਕਦੋਂ ਕਿੱਥੇ ਕਿੰਨੀ ਕੁ ਬ੍ਰੇਕ ਲਾਉਣੀ ਹੈ। ਆਪਣੇ ਕਨਵੈਨਸ਼ਨਲ ਘੇਰੇ ਵਿੱਚ ਜਦੋਂ ਉਹ ਕਿਸੇ ਇੱਕ ਸਬਜੈਕਟ ਤੋਂ ਦੂਸਰੇ ਸਬਜੈਕਟ ਤੱਕ ਸ਼ਿਫਟ ਹੁੰਦੇ ਹੋਏ ਖਾਲੀ ਸਮਾਂ ਦਿੰਦੇ ਨੇ, ਉਹਨੂੰ ਕਿੰਨਾ ਕੁ ਰੱਖਣਾ ਜ਼ਰੂਰੀ ਹੈ, ਉਹ ਸਭ ਦਾ ਧਿਆਨ ਸੰਭਾਲਣ ਦੇ ਲਈ ਗੱਲ ਉੱਤੇ ਕਾਉਂਸਲਰ ਦੀ ਲੋੜ ਪੈ ਜਾਇਆ ਕਰੇਗੀ। ਕਿਉਂਕਿ ਸਾਡੇ ਮੂਹਰੇ ਜਿਹੜਾ ਸਿੱਖਿਆ ਦਾ ਢਾਂਚਾ ਹੈ ਉਹ ਫੇਰ ਉਹੀ ਸਾਲ ਦਰ ਸਾਲ ਵਾਲਾ ਹੈ, ਜਿਹਦੇ ਵਿੱਚ ਪਹਿਲੇ 3 ਮਹੀਨੇ ਪੜ੍ਹਨਾ ਹੈ, ਦੂਸਰੇ 3 ਤਿਮਾਹੀ ਨੇ ਉੱਥੋਂ ਇੱਕ ਪ੍ਰੋਸੈਸ ਇਮਤਿਹਾਨਾਂ ਦਾ ਸ਼ੁਰੂ ਹੈ, ਇਮਤਿਹਾਨਾਂ ਦੀ ਲੋੜ ਉੱਥੋਂ ਸ਼ੁਰੂ ਹੋ ਜਾਂਦੀ ਹੈ। ਫਿਰ ਬਾਕੀ ਦੇ ਜਿਹੜੇ 9 ਮਹੀਨੇ ਨੇ ਉਹ ਇਮਤਿਹਾਨਾਂ ਦੇ ਬਾਰੇ ਹੀ ਵਿਚਾਰ ਵਟਾਂਦਰੇ ਅਤੇ ਗੱਲਾਂ ਵਿੱਚ ਗੁਜ਼ਰ ਰਹੇ ਨੇ। ਉਸ ਦਰਮਿਆਨ ਜਿਹੜਾ ਬੱਚਾ ਤਾਂ ਲਗਾਤਾਰ ਪੜ੍ਹ ਰਿਹਾ ਹੈ, ਉਹਦੇ ਉੱਤੇ ਵੱਧ ਤੋਂ ਵੱਧ ਬੋਝ ਥੋਪਿਆ ਜਾ ਰਿਹਾ ਔਰ ਥੋਪਿਆ ਜਾਣਾ ਹੈ ਹੋਰ ਜ਼ਿਆਦਾ। ਤੇ ਜਿਹੜਾ ਘੱਟੋ ਘੱਟ ਇਹ ਭਾਰਤੀ ਸਿਸਟਮ ਦੇ ਵਿੱਚ ਤਾਂ ਇਹ ਲਰਨਿੰਗ ਸਿਸਟਮ ਆਉਣਾ ਨਹੀਂ। ਜਿਹੜੀ ਚੀਜ਼ ਤੁਹਾਨੂੰ ਟਿਕਾ ਦੀ ਮੰਗ ਕਰਦੀ ਹੋਵੇ ਤਾਂ ਜ਼ਾਹਿਰ ਜਿਹੀ ਗੱਲ ਹੈ ਸਿਸਟਮ ਦੇ ਵਿੱਚ ਉਹ ਇੱਕ ਖਾਲੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਗੱਲ ਬਹਿ ਕੇ ਕਰਨ ਦੀ ਹੋਵੇ। ਆਨਲਾਈਨ ਸਿਸਟਮ ਤਾਂ ਤੁਹਾਨੂੰ ਸਕਿੰਟਾਂ ਦੇ ਹਿਸਾਬ ਨਾਲ ਐਜੂਕੇਸ਼ਨ ਐਕਸਪਲੋਜ਼ਨ ਵੱਲ ਤੋਰ ਰਿਹਾ। ਇੱਕ ਪਾਸੇ ਨੌਲੇਜ, ਜਿਹੜੀ ਜਾਣਕਾਰੀ ਦਾ ਵਿਸਫੋਟ ਪਿਛਲੇ 30 ਸਾਲਾਂ ਦੇ ਵਿੱਚ ਹੋਇਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਨੇ, ਉਸ ਤੋਂ ਬਾਅਦ ਇੰਟਰਨੈਟ ਮੀਡੀਆ ਦੇ ਤੱਕ ਪਹੁੰਚਦੇ ਇੱਕ ਖਲਾਰਾ ਪਾ ਦਿੱਤਾ ਹੈ। ਉਹਦੇ ਵਿੱਚ ਜਦੋਂ ਆਪੋ ਆਪਣੀ ਰੁਚੀ ਦੇ ਹਿਸਾਬ ਨਾਲ ਵਿਸ਼ੇ ਚੁਣਨ ਦੀ ਗੱਲ ਆਉਂਦੀ ਹੈ, ਉੱਥੇ ਤੱਕ ਅਸੀਂ ਨਹੀਂ ਪਹੁੰਚ ਪਾ ਰਹੇ। ਉਦੋਂ ਅਸੀਂ ਲਿਬਰਲ ਆਰਟ ਬਾਰੇ ਗੱਲ ਚਾਹ ਕੇ ਵੀ ਕਿਵੇਂ ਕਰਾਂਗੇ? ਉੱਥੇ ਲਿਬਰਲ ਆਰਟਸ ਦੀਆਂ ਗੱਲਾਂ ਤੁਹਾਡੇ ਬਾਜ਼ਾਰਵਾਦ ਦੀ ਮੰਗ ਨੂੰ ਪੂਰਾ ਨਹੀਂ ਕਰ ਰਹੀਆਂ। ਵੱਧਦੀ ਬੇਰੁਜ਼ਗਾਰੀ ਦੀ ਦਰ, ਇਹ ਤੁਹਾਨੂੰ ਤੁਹਾਡੇ ਹੀ ਘੇਰੇ ਵਿੱਚ ਇੱਕ ਵਪਾਰੀ ਬਣਾ ਕੇ ਰੱਖ ਦਿੰਦੀਆਂ ਨੇ। ਤੁਸੀਂ ਆਪਣਾ ਆਪ ਵਪਾਰ ਕਰ ਰਹੇ ਹੋ। ਤੁਹਾਨੂੰ ਕਿਸੇ ਨੇ ਵੇਚਣਾ ਜਾਂ ਖਰੀਦਣਾ ਇੱਕ ਪਾਸੇ ਰਹਿ ਜਾਂਦਾ। ਤੁਸੀਂ ਆਪਣੇ ਗੁਣ ਤੋਂ ਆਪ ਵਾਰੇ ਹੋ ਗਏ। ਤੁਸੀਂ ਆਪਣੇ ਗੁਣ ਨੂੰ ਆਪ ਪਛਾਣਨ ਤੋਂ ਬਾਹਰੇ ਹੋ। ਇਸ ਦੇ ਲਈ ਮੈਂ ਇੱਕ ਸਿਰਫ ਟੂਕ ਮਾਤਰ ਗੱਲ ਕਰਨੀ ਹੈ ਕਿ ਲਿਬਰਲ ਆਰਟਸ ਨੂੰ ਸੰਖੇਪ ਵਿੱਚ ਸਮਝਣਾ ਹੋਵੇ ਤਾਂ ਕੀ ਹੈ। ਇਸ ਦੇ ਜਿਹੜੇ ਮੁੱਖ ਹਿੱਸੇ ਨੇ ਉਹਨਾਂ ਦੇ ਨਾਵਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਤੁਹਾਡੇ ਕੋਲ ਕਿੰਨੇ ਵੱਡੇ ਸਕੋਪ ਨੇ ਔਰ ਉਹਨਾਂ ਦੇ ਸਮਝਣ ਦੇ ਬਾਅਦ ਤੁਸੀਂ ਸਮਾਜ ਵਿੱਚ ਕਿਹੜੇ ਰੂਪ ਵਿੱਚ ਹੋਵੋਗੇ। ਲਿਬਰਲ ਆਰਟਸ ਵਿੱਚ ਫਾਈਨ ਆਰਟਸ, ਮਾਡਰਨ ਆਰਟ ਇਕੱਲਾ ਇਹੀ ਨਹੀਂ ਆਉਂਦਾ। ਆਰਟ ਸ਼ਬਦ ਦੇ ਨਾਲ ਅਗਰ ਜੋੜੀਏ ਤਾਂ ਇਹਦੇ ਵਿੱਚ ਲੈਂਗੁਏਜ ਵੀ ਆਉਂਦੀ ਹੈ, ਇਹਦੇ 'ਚ ਫਿਲੋਸਫੀ ਵੀ ਆਉਂਦੀ ਹੈ, ਇਹਦੇ 'ਚ ਲਿਟਰੇਚਰ ਵੀ ਆਉਂਦਾ ਹੈ, ਇਹਦੇ 'ਚ ਰਿਲੀਜੀਅਨ ਵੀ ਆਉਂਦਾ ਹੈ, ਇਹਦੇ 'ਚ ਐਥਿਕਸ ਵੀ ਆਉਂਦੇ ਹੈ, ਇਹਦੇ 'ਚ ਮਿਊਜ਼ਿਕ ਵੀ ਹੈ, ਇਹਦੇ 'ਚ ਥੀਏਟਰ ਵੀ ਹੈ। ਸਾਡਾ ਜਿਹੜਾ ਮੌਜੂਦਾ ਸਿੱਖਿਆ ਦਾ ਨਿਜ਼ਾਮ ਹੈ ਜਾਂ ਜਿਹਨੇ ਸਾਨੂੰ ਹੁਣ ਇੱਕ ਸੋਚ ਦਾ ਪੈਮਾਨਾ ਘੜ ਕੇ ਦਿੱਤਾ ਹੈ, ਉਸ ਦੇ ਮੁਤਾਬਕ ਸਾਨੂੰ 8 ਪੀਰੀਅਡ ਸਿਸਟਮ ਨੇ ਹਰ ਇੱਕ ਵਿਸ਼ੇ ਦਾ ਮਾਹਰ ਬਣਾਉਣ ਦਾ ਇੱਕ ਵਹਿਮ ਜਿਹਾ ਪਾ ਦਿੱਤਾ ਹੈ। ਅਸੀਂ ਸਾਰੇ ਵਿਸ਼ਿਆਂ ਦੇ ਮਾਹਰ ਨਹੀਂ ਹੋ ਸਕਦੇ ਤੇ ਨਾ ਹੀ ਹੋ ਪਾਵਾਂਗੇ ਕਦੀ। ਪਰ ਜਿਹੜਾ ਸਾਡੇ ਮੁੱਢਲੀ ਸਿੱਖਿਆ ਤੋਂ ਬਾਅਦ ਦਾ ਬੋਝ ਹੈ, ਉਸਨੇ ਸਾਨੂੰ ਬਹੁਤ ਘੇਰੇ ਵਿੱਚ ਸੁੱਟਿਆ। ਉਹ ਘੇਰਾ ਕਿਸ ਗੱਲ ਦਾ ਹੈ? ਬਾਜ਼ਾਰਵਾਦ ਦਾ ਨਹੀਂ ਹੈ। ਉੱਥੇ ਆਪਣੀਆਂ ਗੁੰਝਲਾਂ ਦਾ ਘੇਰਾ ਹੈ, ਜਿਹੜੀਆਂ ਗੁੰਝਲਾਂ ਤੁਹਾਨੂੰ ਸਵਾਲਾਂ ਤੋਂ ਦੂਰ, ਬਿਲਕੁਲ ਦੂਰ ਦੜਾਉਂਦੀਆਂ। ਤੁਸੀਂ ਸਾਹਿਤ ਨੂੰ ਜਾਂ ਤਾਂ ਕੂੜਾ ਕਰਕਟ ਸਮਝ ਕੇ ਸੁੱਟਦੇ ਹੋ ਜਾਂ ਫਿਰ ਨਿੱਜੀ ਹੰਕਾਰ ਦਾ ਵਿਸ਼ਾ ਸਮਝ ਕੇ
ਸਜਾਉਂਦੇ ਹੋ। ਲਿਬਰਲ ਆਰਟ ਤੁਹਾਨੂੰ ਖੁਦ ਮੁਖਤਿਆਰ ਵੀ ਕਰਦੀ ਹੈ, ਤੁਹਾਨੂੰ ਆਪਣੇ ਪੈਰਾਂ ਤੇ ਖੜਾ ਵੀ ਕਰਦੀ ਹੈ। ਤੁਸੀਂ ਸਿੱਖਿਆ ਦੇ ਵਪਾਰੀ ਨਾ ਬਣ ਸਕੋ, ਇਹ ਚੇਤਨਾ ਦਿਵਾਉਣਾ ਇਹਨਾਂ ਵਿਸ਼ਿਆਂ ਦਾ ਮੁੱਖ ਅੰਗ ਹੈ। ਇਹਨਾਂ ਗੱਲਾਂ ਉੱਤੇ ਜਾਣ ਵੇਲੇ ਜਦੋਂ ਅਸੀਂ ਅੱਗੇ ਵਧੀਏ ਤਾਂ ਅਸੀਂ ਅਮੂਮਨ ਸਿਸਟਮ ਦੇ ਉਸ ਘੇਰੇ ਨੂੰ ਸੰਬੋਧਿਤ ਹੁੰਦੇ ਹਾਂ ਜਿਹਨੂੰ ਅਸੀਂ ਸਰਕਾਰ ਕਹਿੰਦੇ ਹਾਂ, ਕਿਉਂਕਿ ਅੱਜ ਸਾਡਾ ਐਜੂਕੇਸ਼ਨ ਦਾ ਨਿਰਧਾਰਿਤ ਹੋਣ ਦਾ ਸਮਾਂ, ਉਹਦੀ ਨਿਰਧਾਰਨ ਤੋਂ ਬਾਅਦ ਨਿਰਵਹਨ ਦਾ ਸਮਾਂ ਵੀ ਉਹਨੂੰ ਚਲਾਉਣਾ ਕਿਵੇਂ ਹੈ, ਉਸ ਚਲਾਉਣ ਦੇ ਢਾਂਚੇ ਨੂੰ, ਇੰਪਲੀਮੈਂਟੇਸ਼ਨ ਦੇ ਪ੍ਰੋਵੀਜ਼ਨ ਨੂੰ ਅੱਗੇ ਡਿਲੀਵਰ ਕਿਵੇਂ ਕਰਨਾ ਹੈ, ਇਹ ਇੰਸਟੀਟਿਊਸ਼ਨ ਵੀ ਗੌਰਮੈਂਟ ਤੈਅ ਕਰਦੀ ਹੈ। ਕੋਈ ਪ੍ਰਾਈਵੇਟ ਇੰਸਟੀਟਿਊਸ਼ਨ ਵੀ ਜਦੋਂ ਖੁੱਲ੍ਹਦਾ ਹੈ, ਉਹਦਾ ਜਿਹੜਾ ਪਹਿਲਾ ਮਕਸਦ ਹੁੰਦਾ ਹੈ ਉਹ ਉਹਨਾਂ ਚੱਲਦੇ ਬਾਜ਼ਾਰੀ ਸਿਸਟਮ ਦੇ ਵਿੱਚ ਉਹੋ ਜਿਹੀ ਹੱਟੀ ਬਣਾਉਣ ਦਾ ਹੁੰਦਾ। ਇੱਥੇ ਗੱਲ ਹਜੇ ਮੈਂ ਉਹਨਾਂ ਦੇ ਵੱਲੋਂ ਲਈ ਜਾਣ ਵਾਲੀ ਫੀਸ, ਉਹਨਾਂ ਵੱਲੋਂ ਜਿਹੜਾ ਮੋਨੀਟਰੀ ਸਿਸਟਮ ਖੜਾ ਕੀਤਾ ਗਿਆ ਹੈ, ਆਪਣੇ ਇਹੀ ਇੱਕ ਆਦਾਨ ਪ੍ਰਦਾਨ ਤੇ ਪੱਛਮ ਦੇ ਵੱਲ ਸੁੱਟਦੇ ਫਾਈਨੈਂਸ਼ੀਅਲ ਸਕੋਪ ਨੂੰ ਮੈਂ ਹੱਲੇ ਇੱਕ ਪਾਸੇ ਰੱਖ ਕੇ ਸਿਰਫ ਸਿੱਖਿਆ ਦੇ ਉੱਤੇ ਕੇਂਦਰਿਤ ਹੋ ਕੇ ਗੱਲ ਕਰ ਰਿਹਾ ਕਿ ਜਿਹੜੀ ਉਹ ਸਿੱਖਿਆ ਲੈ ਕੇ ਆਉਂਦੇ ਨੇ ਪ੍ਰਾਈਵੇਟ ਇੰਸਟੀਟਿਊਸ਼ਨਸ, ਉਹਨਾਂ ਦਾ ਮਕਸਦ ਵੀ ਇੰਸਟੀਚਿਊਟ ਤੋਂ ਇੰਸਟੀਟਿਊਸ਼ਨ ਦੇ ਨਾਲ ਸ਼ਿਫਟ ਹੋਣ ਤੱਕ ਨਹੀਂ ਹੁੰਦਾ। ਆਪਸ ਵਿੱਚੋਂ ਪਾੜਾ ਪਾ ਕੇ ਰੱਖਦੇ ਨੇ ਔਰ ਉਸ ਪਾੜੇ ਦੇ ਵਿੱਚੋਂ ਕਿਸੇ ਵਿਦਿਆਰਥੀ ਨੂੰ ਕੁਝ ਨਹੀਂ ਮਿਲਦਾ। ਹੰਕਾਰ ਆਪ ਮੁਹਾਰਾ ਇਕੱਲੇ ਇੰਸਟੀਟਿਊਸ਼ਨਾਂ ਦੇ ਨਾਮਾਂ ਤੋਂ ਹੀ ਹੋਣ ਲੱਗ ਗਿਆ ਜੀ। ਅਸੀਂ ਜੀ ਰੈਤ ਬਾਰਾ ਦੇ ਪੜ੍ਹੇ ਹੋਏ ਹਾਂ, ਦੂਸਰਾ ਕਹਿੰਦਾ ਨਹੀਂ ਜੀ ਮੈਂ MIT ਤੋਂ ਪੜ੍ਹਿਆ ਹੋਇਆ, ਤੀਸਰਾ ਕਹਿੰਦਾ ਨਹੀਂ ਮੈਂ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ, ਚੌਥਾ ਕਹਿੰਦਾ ਨਹੀਂ ਮੈਂ ਪ੍ਰਾਈਵੇਟ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ। ਯੂਨੀਵਰਸਿਟੀਆਂ ਦੇ ਆਪੋ ਆਪਣੇ ਨਾਮ ਤੇ ਆਪੋ ਆਪਣੇ ਇੱਕ ਹੰਕਾਰ ਦੇ ਪੈਮਾਨੇ। ਕਿਉਂ? ਉਹਦਾ ਸਿੱਖਿਆ ਨਾਲ ਕੀ ਲੈਣਾ ਦੇਣਾ ਜੇ ਤੁਸੀਂ ਇਸ ਐਂਗਲ ਤੋਂ ਦੇਖੋ। ਜਿੱਥੇ ਗੱਲ ਸੰਵਾਦ ਦੀ ਹੋਣੀ ਸੀ, ਉੱਥੇ ਗੱਲ ਡਿਬੇਟ ਤੇ ਆ ਗਈ, ਬਹਿਸ ਤੇ। ਡਿਬੇਟ ਸੰਵਾਦ ਦਾ ਨਾਮ ਨਹੀਂ ਹੈ। ਅਗਰ ਜੇ ਕੋਈ ਵਿਚਾਰ ਵਟਾਂਦਰੇ ਨੂੰ ਸ਼ਬਦ ਡਿਬੇਟ ਦੇਣਾ ਚਾਹਵੇ ਤਾਂ ਗੱਲ ਠੀਕ ਨਹੀਂ ਰਹੇਗੀ। ਸਾਡੀ ਸਕੂਲਿੰਗ ਡਿਬੇਟ ਖੜੀ ਕਰ ਰਹੀ ਹੈ ਔਰ ਡਿਬੇਟ ਸਾਡਾ ਇੱਕ ਮਨੁੱਖੀ ਕਿਰਦਾਰ ਦਾ ਸਭ ਤੋਂ ਵੱਡਾ ਦੋਸ਼ ਹੈ। ਡਿਬੇਟ ਸਭ ਤੋਂ ਪਹਿਲਾਂ ਤੁਹਾਨੂੰ ਨੈਗੇਟਿਵ ਪੁਆਇੰਟ ਕਲੈਕਟ ਕਰਨ ਦੀ ਜਾਂਚ ਸਿਖਾਉਂਦੀ ਹੈ। ਪੋਜ਼ਿਟਿਵ ਨੂੰ ਆਬਜ਼ਰਵ ਕਰਨ ਦਾ ਤਾਂ ਤੁਹਾਡਾ ਤੱਤ ਹੀ ਨਾ ਰਿਹਾ। ਇੱਥੋਂ ਮੈਂ ਹੁਣ ਅਗਲੇ ਪੜਾਅ ਵੱਲ ਗੱਲ ਲੈ ਕੇ ਜਾਵਾਂਗਾ ਕਿ ਹੁਣ ਜਦੋਂ ਗੱਲ ਚੱਲਦੀ ਹੈ ਪੋਜ਼ਿਟਿਵ ਤੇ ਨੈਗੇਟਿਵ ਲੈ ਕੇ, ਉਹਦਾ ਵਿਜ਼ਨ ਕੀ ਹੈ। ਇਨਕਲਾਬ ਜਦੋਂ ਆਉਣਾ ਹੁੰਦਾ ਨਾ ਸਮਾਜ ਵਿੱਚ, ਅਸੀਂ ਅਕਸਰ ਅੰਦੋਲਨਾਂ ਤੋਂ ਇਨਕਲਾਬ ਭਾਲਦੇ ਹੈਗੇ ਆ, ਠੀਕ ਹੈ। ਅੰਦੋਲਨ ਇੱਕ ਐਕਸਟ੍ਰੀਮ ਹੁੰਦਾ ਹੈ ਔਰ ਐਕਸਟ੍ਰੀਮ ਤੋਂ ਪਹਿਲੇ ਦੇ ਸੰਵਾਦ ਦੇ ਜਿਹੜੇ ਘੇਰੇ ਨੇ ਉਹ ਕਿਸੇ ਨੇ ਫੋਲੋ ਕੀਤੇ ਹੋਣ ਤਾਂ ਦੱਸੋ। ਕੋਈ ਦੱਸ ਸਕਦਾ ਹੈ? ਕੋਈ ਆਪਣੇ ਆਪ ਨੂੰ ਦੱਸ ਲਵੇ ਕਿ ਸੰਵਾਦ ਦੇ ਵਿੱਚ ਸੰਭਾਵਨਾ ਤੇ ਜ਼ਰੂਰਤ ਜਿਹੜੀ ਹੈਗੀ ਸਾਡੀ, ਉਹ ਅਦਾਰਿਆਂ ਰਾਹੀਂ ਹੋਊਗੀ ਜਾਂ ਸਮਾਜਿਕ ਘੇਰੇ ਵਿੱਚ ਹੋਣੀ ਹੈ ਜਾਂ ਜਿਹੜੇ ਰਾਜਨੀਤਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਹੋਣੀ ਹੈ। ਜੇ ਅਸੀਂ ਸਮਾਜਿਕ ਇਨਕਲਾਬ ਚਾਹੁੰਦੇ ਹਾਂ ਤਾਂ ਸਮਾਜ ਦੇ ਵਿੱਚ ਬੈਠ ਕੇ ਗੱਲ ਹੋਣੀ ਚਾਹੀਦੀ ਹੈ। ਜੇ ਅਸੀਂ ਵਿੱਦਿਆ ਦੇ ਘੇਰੇ ਵਿੱਚ ਇੰਸਟੀਟਿਊਸ਼ਨਲ ਰਿਵੋਲੂਸ਼ਨ ਚਾਹੁੰਦੇ ਹਾਂ ਤਾਂ ਜ਼ਾਹਿਰ ਜਿਹੀ ਗੱਲ ਹੈ ਵਿਚਾਰ ਵਟਾਂਦਰਾ ਉੱਥੋਂ ਸ਼ੁਰੂ ਹੋਏਗਾ। ਬਿਨਾਂ ਵਿਚਾਰ ਵਟਾਂਦਰੇ ਤੋਂ ਸਿਰਫ ਨਵੇਂ ਅਦਾਰੇ ਖੁੱਲ੍ਹ ਸਕਦੇ ਹੈ, ਕਦੀ ਬਦਲਾਅ ਨਹੀਂ ਆਉਂਦੇ।
ਜਦੋਂ ਵਿਚਾਰ ਵਟਾਂਦਰੇ ਦੀ ਗੱਲ ਆਉਂਦੀ ਹੈ, ਉਹਨਾਂ ਵਿਚਾਰ ਵਟਾਂਦਰਿਆਂ ਦੇ ਵਿੱਚ ਤੁਹਾਡਾ ਇੱਕ ਵਿਅਕਤੀ ਹੋਣ ਦੇ ਨਾਤੇ, ਇੱਕ ਵਿਚਾਰਵਾਨ ਹੋਣ ਦੇ ਨਾਤੇ ਆਪਣੀ ਗੱਲ ਦਾ ਹਾਮੀ ਹੋਣਾ ਜ਼ਰੂਰੀ ਨਹੀਂ, ਪਰ ਆਪਣੀ ਗੱਲ ਦਾ ਪੇਸ਼ਕਰਤਾ ਹੋਣਾ ਬਹੁਤ ਜ਼ਰੂਰੀ ਹੈ। ਉਸ ਦੀ ਪੇਸ਼ਕਸ਼ ਵੇਲੇ ਤੁਹਾਡੇ ਕੋਲ ਸਹੀ ਤੇ ਗਲਤ ਦੋਵੇਂ ਸੰਭਾਵਨਾਵਾਂ ਦੇ ਆਪਣੇ ਘੇਰੇ ਤੇ ਆਪਣੇ ਜਵਾਬ ਸਾਂਭੇ ਪਏ ਹੋਣ, ਪਰ ਜਦੋਂ ਤੁਸੀਂ ਕਿਸੇ ਨੂੰ ਸੁਣਨਾ ਹੈ ਤਾਂ ਤੁਹਾਡੇ ਕੋਲ ਸੁਣਨ ਦੀ ਜਾਂਚ ਵੀ ਬਰਾਬਰ ਹੋਵੇ। ਇਹ ਮਸ਼ੀਨੀ ਯੁੱਗ ਦੀ ਐਜੂਕੇਸ਼ਨ ਪ੍ਰਣਾਲੀ, ਸਿੱਖਿਆ ਪ੍ਰਣਾਲੀ, ਸ਼ਬਦਾਂ ਦੇ ਹੇਰ-ਫੇਰ ਚੋਂ ਨਿਕਲੇ ਹੋਏ ਘੁਣਤਰੀ ਅੱਖਰ ਜਿਹੜੇ ਕਿ ਤੁਹਾਨੂੰ ਆਪਸ ਵਿੱਚ ਡਿਬੇਟ ਤਾਂ ਕਰਵਾ ਦਿੰਦੇ ਨੇ, ਪਰ ਇੰਟੈਰੋਗੇਸ਼ਨ ਤੋਂ ਐਫਰਮੇਸ਼ਨ ਤੇ ਨਹੀਂ ਆਉਂਦੇ। ਉਹਦੇ ਵਿੱਚੋਂ ਕਦੀ ਚੇਂਜਿੰਗ, ਕੋਈ ਬਦਲਾਅ ਨਾ ਤਾਂ ਕਦੀ ਕਿਸੇ ਸਿਸਟਮ ਵਿੱਚ ਆਇਆ, ਨਾ ਹੀ ਕਿਸੇ ਇੰਸਟੀਟਿਊਸ਼ਨ ਨੇ ਆਪਣੇ ਆਪ ਨੂੰ ਬਦਲਿਆ। ਇੱਥੋਂ ਤੱਕ ਕਿ ਵਿਅਕਤੀ ਖੁਦ ਨੂੰ ਵੀ ਨਹੀਂ ਤਦ ਤੱਕ ਬਦਲ ਸਕਦਾ ਜੇ ਤੁਸੀਂ ਆਪਣੇ ਬਾਰੇ ਪੋਜ਼ਿਟਿਵ ਆਬਜ਼ਰਵੇਸ਼ਨ ਨਾ ਰੱਖਦੇ ਹੋਵੋ। ਨੈਗੇਟਿਵ ਆਬਜ਼ਰਵੇਸ਼ਨ ਤੁਹਾਨੂੰ ਡਰਾ ਸਕਦੀ ਹੈ, ਤੁਹਾਨੂੰ ਹਰਾਸ ਕਰ ਸਕਦੀ ਹੈ, ਪਰ ਤੁਹਾਨੂੰ ਜੇ ਕੋਈ ਚੀਜ਼ ਬਦਲ ਸਕਦੀ ਹੈ ਉਹਦਾ ਸਿਰਫ ਤੇ ਸਿਰਫ ਤੱਤ ਪੋਜ਼ਿਟਿਵ ਐਫਰਮੇਟਿਵ ਵਿਚਾਰਾਂ ਦਾ ਹੋਣਾ ਹੀ ਹੈ। ਇਹਨਾਂ ਅਫਰਮੇਟਿਵ ਵਿਚਾਰਾਂ ਦਾ, ਇਹਨਾਂ ਹਾਂ ਪੱਖੀ ਤੇ ਬੜੇ ਸੰਭਲਵੇਂ ਉਸਾਰੂ ਵਿਚਾਰਾਂ ਦਾ ਸੰਗ੍ਰਹਿ ਹੀ ਵੱਖੋ ਵੱਖਰੇ ਫਲਸਫਿਆਂ ਦਾ ਮੂਲ ਹੁੰਦਾ ਰਿਹਾ। ਸਾਡੇ ਕੋਲ ਜਿੰਨੇ ਵੀ ਅੱਜ ਤੱਕ ਦੇ ਦਰਸ਼ਨ ਆਏ ਨੇ, ਜਿੰਨੇ ਵੀ ਫਿਲਾਸਫੀਆਂ ਨੇ, ਭਾਵੇਂ ਇੰਡੀਅਨ ਸਿਸਟਮ ਦੇ ਵਿੱਚ ਪੁਰਾਣੇ ਇਤਿਹਾਸ ਤੋਂ 6 ਫਿਲਾਸਫੀ ਦੇ ਮੇਨ ਸਕੂਲਸ ਰਹੇ ਨੇ। ਕੰਪਲੀਟਲੀ ਜੇ ਗਿਣੀਏ ਤਾਂ 9 ਹੈ, ਉਸ ਤੋਂ ਵੱਧ ਵੀ ਹੋ ਸਕਦੇ ਆ। ਬਾਕੀ ਵੀ ਜਿਨ੍ਹਾਂ ਮੁਲਕਾਂ ਵਿੱਚ ਜਿਹੜੇ ਵੀ ਦਾਰਸ਼ਨਿਕ ਹੋਏ ਨੇ, ਉਹਨਾਂ ਦੇ ਆਪੋ ਆਪਣੇ ਵਿਚਾਰਕ ਸਰੂਪ ਬਰਾਬਰ ਬਾਹਰ ਆਏ ਨੇ, ਭਾਵੇਂ ਲਿਖਤੀ ਰੂਪ ਹੋਵੇ, ਭਾਵੇਂ ਕਿ ਲੋਕਾਚਾਰ ਦੀ ਰਵਾਇਤਾਂ ਦੇ ਵਿੱਚ ਘੁਲ ਗਏ। ਜਿਵੇਂ ਵੇਦਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਲੋਕ ਕਥਾਵਾਂ ਨਹੀਂ, ਲੋਕ ਰਵਾਇਤਾਂ ਵਿੱਚੋਂ ਇੱਕ ਤੋਂ ਅੱਗੇ ਦੂਸਰੇ ਤੋਂ ਤੀਸਰੇ ਵੱਲ ਸ਼ਿਫਟ ਹੁੰਦੇ ਹੁੰਦੇ ਬਾਅਦ ਵਿੱਚ ਜਾ ਕੇ ਲਿਖਤੀ ਰੂਪ ਧਾਰਨ ਹੋਏ। ਵੇਦਾਂ ਦਾ ਅਹਿਮੀਅਤ ਦਾ ਪਹਿਲਾ ਅੰਸ਼ ਹੀ ਇਹ ਹੈ ਕਿ ਉਹ ਸੁਣਨ ਤੋਂ ਬਰਾਬਰ ਅੱਗੇ ਤੁਰੇ। ਪਰ ਜਦੋਂ ਇਹਨਾਂ ਸਾਰੇ ਫਲਸਫਿਆਂ ਦਾ ਆਪਸੀ ਭੇੜ ਖੜਾ ਹੋਇਆ, ਇਸ ਟਕਰਾਅ ਦੇ ਵਿੱਚੋਂ ਇੱਕ ਬਰਾਬਰ ਫਿਰਕਾ ਪ੍ਰਸਤੀ ਨੇ ਜਨਮ ਲੈ ਲਿਆ। ਉਹ ਫਿਰਕਾ ਪ੍ਰਸਤੀ ਫਲਸਫਿਆਂ ਦੀ ਆਪਣੀ ਨਹੀਂ ਸੀ, ਉਹ ਫਿਰਕਾ ਪ੍ਰਸਤੀ ਫਲਸਫਿਆਂ ਦੀ ਆਪਣੀ ਬਿਲਕੁਲ ਵੀ ਨਹੀਂ ਸੀ। ਉਹਦਾ ਸੰਬੰਧ ਸਿਰਫ ਤੇ ਸਿਰਫ ਕਬੀਲਿਆਂ ਨਾਲ ਹੈ। ਉਹਨਾਂ ਦੀਆਂ ਆਪਣੀਆਂ ਪਛਾਣਾਂ ਹੋਣਗੀਆਂ, ਉਹਨਾਂ ਦੇ ਆਪਣੇ ਫੈਸਲੇ ਹੋਣਗੇ, ਉਹਨਾਂ ਦਾ ਆਪਣਾ ਬੌਧਿਕ ਦਾਇਰਾ ਹੋਏਗਾ। ਫਲਸਫੇ ਸਾਰੇ ਆਪੋ ਆਪਣੇ ਪੱਧਰ ਤੇ ਕਿਸੇ ਦੂਸਰੇ ਬ੍ਰਹਮੰਡੀ ਘੇਰੇ ਨੂੰ, ਦੂਸਰੇ ਸਮਾਜਿਕ ਘੇਰੇ ਨੂੰ ਸਮਝਣ ਤੇ ਸਮਝਾਉਣ ਦਾ ਇੱਕ ਆਸ਼ਾ ਹੈ, ਇੱਕ ਸਾਧਨ ਹੈ। ਉਹਦੇ ਬਾਰੇ ਵਿਚਾਰ ਵਟਾਂਦਰੇ, ਉਹਦੇ ਬਾਰੇ ਸਿੱਖਿਆਵਾਂ, ਵਿਦਿਆ ਪ੍ਰਣਾਲੀ ਦੇ ਅੰਦਰ ਸੌਖੇ ਸਰਲ ਸ਼ਬਦਾਂ ਵਿੱਚ ਆਉਣ, ਇਹ ਜਿਹੜੀ ਮੁੱਢਲੀ ਜ਼ਿੰਮੇਵਾਰੀ ਹੈ, ਇੱਥੇ ਆ ਕੇ ਲੇਖਕ ਦਾ ਕੰਮ ਸ਼ੁਰੂ ਹੁੰਦਾ ਹੈ। ਮਤਲਬ ਲੇਖਕ ਦਾ ਲੇਖਕ ਹੋਣ ਤੋਂ ਪਹਿਲਾਂ ਇੱਕ ਯੋਗ ਵਿਦਿਆਰਥੀ ਹੋਣਾ ਜ਼ਰੂਰੀ ਹੈ। ਵਿਦਿਆਰਥੀ ਹੋਣ ਲਈ ਉਹਦੇ ਦੁਆਲੇ ਵਿਦਿਆ ਦਾ ਸਿਹਤਮੰਦ ਵਾਤਾਵਰਣ ਹੋਣਾ ਜ਼ਰੂਰੀ ਹੈ। ਤੇ ਕੀਮਤੀ ਗੱਲ ਇਹ ਹੈ, ਜਿਹੜੇ ਉਹਨੂੰ ਵਾਤਾਵਰਣ ਦੇ ਰਹੇ ਆ, ਜ਼ਰੂਰੀ ਨਹੀਂ ਉਹ ਸਾਰੇ ਲੇਖਕ ਹੋਣ, ਜ਼ਰੂਰੀ ਨਹੀਂ ਉਹ ਸਾਰੇ ਵਿਚਾਰਵਾਨ ਹੀ ਹੋਣ। ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਬਹੁਤ ਜ਼ਰੂਰੀ ਹੈ। ਕਿਸੇ ਇੱਕ ਲੇਖਕ ਦੇ ਆਉਣ ਪਿੱਛੇ ਵੀ, ਕਿਸੇ ਇੱਕ ਵਧੀਆ ਯੋਗ ਵਿਦਿਆਰਥੀ ਦੇ ਪ੍ਰਫੁੱਲਤ ਹੋਣ ਦੇ ਪਿੱਛੇ ਉਸਦੇ ਆਲੇ ਦੁਆਲੇ ਦੇ ਵਾਤਾਵਰਣ ਦੀ ਵੱਡੀ ਸਾਰੀ ਅਹਿਮੀਅਤ ਹੈ। ਪਰ ਅਸੀਂ ਇਸ ਚੀਜ਼ ਨੂੰ ਨਹੀਂ ਸਮਝ ਪਾ ਰਹੇ ਕਿ ਜਿਹੜਾ ਮਸ਼ੀਨੀ ਯੁੱਗ ਦਾ ਐਜੂਕੇਸ਼ਨ ਸਿਸਟਮ ਹੈ, ਇਹ ਤੁਹਾਡੇ ਕੋਲੋਂ ਸਿਰਫ ਉਹ ਵਾਤਾਵਰਣ ਖੋਹ ਰਿਹਾ।
ਤੁਹਾਨੂੰ ਕਲਾਸਰੂਮ ਦੇ ਵਿੱਚ ਬੰਦ ਤਾਂ ਕਰ ਲਿਆ, ਪਰ ਕਲਾਸਰੂਮ ਦਾ ਸਹੀ ਮਾਇਨਾ ਤੇ ਉਹਦਾ ਸਹੀ ਅੰਕਲਨ ਤੁਹਾਡੇ ਤੋਂ ਖੋਇਆ ਜਾ ਰਿਹਾ। ਤੁਸੀਂ ਕਲਾਸਰੂਮ ਨਹੀਂ, ਇੱਕ ਡੈਸਕ ਤੱਕ ਵੱਜ ਕੇ ਰਹਿ ਗਏ ਹੋ। ਤੁਹਾਨੂੰ ਅਜੋਕੇ ਸਕੂਲ ਦੀ ਕਲਾਸਰੂਮ ਦੇ ਵਿੱਚੋਂ ਸਿਰਫ ਤੇ ਸਿਰਫ ਸਵਾਰਥ ਮਿਲ ਰਿਹਾ ਹੈ। ਕਿਉਂ? ਉਸ ਕਲਾਸਰੂਮ ਦੇ ਵਿੱਚੋਂ ਤੁਹਾਡੀ ਆਪਣੀ ਮੈਂਟਲ ਮੈਕੈਨਿਜ਼ਮ ਦੀ ਕਢਾਈ ਹੋ ਰਹੀ ਹੈ, ਪੜ੍ਹਾਈ ਨਹੀਂ। ਤੁਹਾਡੇ ਵਿੱਚੋਂ ਇੱਕ ਇੱਕ ਚੀਜ਼ ਕੱਟੀ ਜਾ ਰਹੀ ਹੈ। ਤੁਹਾਡੇ ਇਮੋਸ਼ਨਸ ਕੱਟੇ ਜਾਂਦੇ ਨੇ। ਇੱਕ ਬਚਪਨ ਦੇ ਇਮੋਸ਼ਨਸ ਨੂੰ ਜਾਂ ਤਾਂ ਡਿਸਟਰੈਕਟ ਕੀਤਾ ਜਾਂਦਾ ਜਾਂ ਉਹਨੂੰ ਕੱਟਿਆ ਜਾਂਦਾ। ਉਹਨੂੰ ਡਾਇਵਰਟ ਕਰਕੇ ਉਹਦੇ ਉੱਤੇ ਆਪਣੀ ਜਿਹੜੀ ਸਿਲੇਬਸ ਦੀ ਪਿਉਂਦ ਹੈ ਉਹ ਚੜਾ ਕੇ ਉਹਦੇ ਤੱਕ ਬੰਦ ਕਰਕੇ ਰੱਖ ਦੇਣਾ। ਉਸ ਸਿਆਹੀ ਵਿੱਚੋਂ ਜਦੋਂ ਕਿਤੇ ਕੋਈ ਅੱਖਰ ਨਿਕਲੇਗਾ ਤਾਂ ਛਿਟਕੇ ਹੋਏ ਛਿੱਟੇ ਨਿਕਲਣਗੇ, ਅੱਖਰ ਕੋਈ ਨਹੀਂ ਬਣ ਸਕੇ। ਤੁਹਾਡੇ ਵਿਚਾਰਾਂ ਦਾ ਇੱਕ ਚੈਨਲਾਈਜ਼ ਸੋਚ ਦੇ ਵਿੱਚੋਂ, ਸਮਝ ਦੇ ਵਿੱਚੋਂ ਬਾਹਰ ਆਉਣਾ ਜ਼ਰੂਰੀ ਹੈ। ਨਹੀਂ ਤਾਂ ਟੁੱਟੀ ਹੋਈ ਨਿੱਬ ਵਰਗੇ ਜਿਹੜੇ ਸਾਡੇ ਵਿਚਾਰ ਨੇ ਉਹ ਖਿੱਲਰਦੇ ਹੀ ਨੇ। ਉਹ ਵਰਕੇ ਨੂੰ ਵੀ ਖਰਾਬ ਕਰਦੇ ਨੇ, ਉਹ ਵਾਤਾਵਰਣ ਨੂੰ ਵੀ ਖਰਾਬ ਕਰਦੇ ਨੇ। ਉਹ ਜੇਕਰ ਜਿਸ ਫੀਲਡ ਦੇ ਸਫੇ ਵਿੱਚ ਜਾਣਗੇ, ਜਿਹੜੇ ਵੀ ਪ੍ਰੋਫੈਸ਼ਨ ਵਿੱਚ ਜਾਣਗੇ, ਉਹਨਾਂ ਕੋਲ ਸਹੀ ਡਿਲੀਵਰੀ ਦਾ ਕੋਈ ਪੈਮਾਨਾ ਨਹੀਂ ਹੋਏਗਾ। ਇਹਨਾਂ ਵਿਚਾਰਾਂ ਵਾਸਤੇ ਹੀ ਜਿਹੜੇ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਈਵਨ ਲੇਖਣੀ ਦਾ ਖੇਤਰ ਵੀ ਇਹਨਾਂ ਚੀਜ਼ਾਂ ਵਾਸਤੇ ਨਹੀਂ ਬਣਿਆ। ਇਹਨਾਂ ਗੱਲਾਂ ਵਾਸਤੇ ਹੀ ਸਾਨੂੰ ਬਾਹਰੀ ਰੋਲੇ ਰੱਪੇ ਤੋਂ ਥੱਲੇ ਉਤਰ ਕੇ ਇੱਕ ਸਾਂਝੇ ਕਲਾਸਰੂਮ, ਸੰਗਤੀ ਰੂਪ ਵਿੱਚ, ਜਿਹਦੇ ਵਿੱਚ ਕੋਈ ਉਪਦੇਸ਼ਕ ਨਹੀਂ, ਉਹਦੇ 'ਚ ਵਿਚਾਰ ਵਟਾਂਦਰੇ ਦਾ ਸਿਲਸਿਲਾ ਹੋਵੇ, ਉਹਦੇ 'ਚ ਸਿੱਖਣ ਦੀ ਗੱਲ ਹੋਵੇ, ਸਿਖਾਉਣ ਦੀ ਨਹੀਂ। ਉਹਦੇ 'ਚ ਨਾ ਪੱਖੀ ਵਿਚਾਰਾਂ ਆਪਣੇ ਆਪ ਪਰੇ ਹੁੰਦੀਆਂ ਜਾਣਗੀਆਂ ਜਦੋਂ ਤੁਹਾਡੇ ਚਰਚਾ ਦੇ ਵਿਸ਼ੇ ਵਿੱਚ, ਤੁਹਾਡੀ ਸੰਵਾਦ ਦੀ ਪਹਿਲੀ ਤੋਂ ਆਖਰੀ ਗੱਲ ਦੇ ਵਿੱਚ ਕੁਝ ਸਿੱਖਣ ਦਾ ਤੱਤ ਹੋਵੇ ਵੀ ਕਿਹੜੀ ਚੀਜ਼ ਸਾਨੂੰ ਚਾਹੀਦੀ ਹੈ। ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਆਪਣੇ ਆਪ ਬਾਹਰ ਹੁੰਦੀ ਜਾਏਗੀ। ਇਹਨਾਂ ਗੱਲਾਂ ਨੂੰ ਜਦੋਂ ਕਿਸੇ ਕਲਾਸਰੂਮ 'ਚ ਲੈ ਕੇ ਜਾਣਾ ਹੈ, ਉਦੋਂ ਸਾਡੇ ਕੋਲ ਇੰਸਟੀਟਿਊਸ਼ਨ ਬ੍ਰੇਕੇਜ ਬਹੁਤ ਜ਼ਰੂਰੀ ਹੈ। ਹੁਣ ਅਜੋਕੇ ਸਮੇਂ ਵਿੱਚ ਖਾਸ ਕਰ ਹੁਣ ਇਸ ਗੱਲ ਨੂੰ, ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਬ੍ਰੋਕਿੰਗ ਦੀ ਹੈ, ਇਹਦਾ ਮਤਲਬ ਕਿਤੇ ਵੀ ਇਹ ਨਾ ਸਮਝਿਆ ਜਾਵੇ ਕਿ ਐਜੂਕੇਸ਼ਨ ਇੰਸਟੀਟਿਊਸ਼ਨ ਵਿੱਚ ਪੜ੍ਹ ਰਹੇ, ਡਿਗਰੀ ਕਰ ਰਹੇ ਬੱਚਿਆਂ ਦਾ ਉੱਥੋਂ ਨਿਕਲਣਾ ਜ਼ਰੂਰੀ ਹੈ। ਸਾਡੀ ਐਜੂਕੇਸ਼ਨ ਸਿਸਟਮ ਦੀ ਜਿਹੜੀ ਤਰਾਸਦੀ ਹੈ ਉਹ ਸਿਰਫ ਇੰਨੀ ਹੈ, ਕਿਹਾ ਤਾਂ ਜਾ ਰਿਹਾ ਕਿ ਤੁਸੀਂ ਕਾਲਜ ਪੜ੍ਹ ਰਹੇ ਹੋ, ਪਰ ਕਾਲਜ ਵਿੱਚ ਕੋਈ ਪੜ੍ਹ ਨਹੀਂ ਰਿਹਾ। ਉੱਥੇ ਇੱਕ ਕੋਰਸ ਕੀਤਾ ਜਾ ਰਿਹਾ, ਕੋਰਸ ਨੂੰ ਸਿਰਫ ਤੇ ਸਿਰਫ ਕਲਾਸਾਂ ਵਿੱਚ ਟੋਟਲ ਅਟੈਂਡੈਂਸ, ਨੋਟਸ, ਮੈਂਟਲ ਪ੍ਰੈਸ਼ਰ ਤੇ ਉਸ ਤੋਂ ਬਾਅਦ ਐਗਜ਼ਾਮਸ ਦੀ ਡਿਲੀਵਰੀ ਤੋਂ ਬਾਅਦ ਸਿਰਫ ਇੱਕ ਡਿਗਰੀ ਦੇ ਵਿੱਚ ਮਾਰਕਿੰਗ ਦੇ ਸ਼ੋਅ ਆਫ ਤੱਕ ਦਾ ਸਫ਼ਰ ਮੰਨਿਆ ਜਾਂਦਾ। ਉਸ ਤੋਂ ਬਾਅਦ ਨਾ ਤਾਂ ਉਹ ਐਜੂਕੇਸ਼ਨ ਸਾਡੇ ਨਾਲ ਅੱਗੇ ਚੱਲ ਕੇ ਕਿਸੇ ਜੌਬ ਦੇ ਇੰਟਰਵਿਊ ਤੱਕ ਵੀ ਪੂਰਾ ਭਾਰ ਚੱਕ ਸਕਦੀ ਹੈ, ਉਦੋਂ ਵੀ ਸਾਨੂੰ ਬਹੁਤ ਤਿਆਰੀਆਂ ਦੀ ਲੋੜ ਪੈ ਜਾਂਦੀ ਹੈ। ਨਾ ਕਿਸੇ ਵਿਚਾਰ ਵਟਾਂਦਰੇ 'ਤੇ ਸਾਡੇ ਨਾਲ ਉਹ ਐਜੂਕੇਸ਼ਨ ਤੁਰ ਰਹੀ ਹੈ, ਨਾ ਕਿਸੇ ਦੇ ਕੋਲੋਂ ਮਿਲੀ ਨਵੀਂ ਜਾਣਕਾਰੀ ਦੇ ਨਾਲ ਪਿੱਛੇ ਕੰਪੇਅਰ ਕਰਨਾ ਹੋਵੇ ਤਾਂ ਸਾਡੇ ਦਿਮਾਗ ਵਿੱਚ ਵੀ ਕੁਝ ਨਹੀਂ ਟਿਕਦਾ। ਇਹ ਐਜੂਕੇਸ਼ਨ ਸਿਸਟਮ ਦੀ ਅੱਜ ਦੀ ਤਸਵੀਰ ਹੈ। ਕੋਈ ਚਾਹੇ ਇਸ ਤੋਂ ਲੱਖ ਇਨਕਾਰੀ ਹੋਵੇ, ਪਰ ਭੁਗਤ ਭੋਗੀ ਸਾਰੇ ਨੇ, ਸਮੇਤ ਮੇਰੇ। ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਅੱਗੇ ਬੱਚਿਆਂ ਤੱਕ ਜਦੋਂ ਲੈ ਕੇ ਜਾਣਾ, ਉਦੋਂ ਇੰਨੀ ਗੱਲ ਤਾਂ ਸਾਨੂੰ ਸਮਝਣੀ ਪਏਗੀ ਕਿ ਸਕੂਲ ਕਾਲਜਿਸ ਵਿੱਚ ਜਾਣ ਦੇ ਲਈ ਵੀ ਸਾਨੂੰ ਮਕਸਦ ਚੁਣਨੇ ਪੈਣਗੇ। ਅਸੀਂ ਕਿਸੇ ਅਧਿਆਪਕ ਤੋਂ ਕੀ ਚੀਜ਼ ਸਿੱਖਣੀ ਹੈ ਜਾਂ ਉਹਦੀ ਸੁਣੀ ਹੋਈ ਗੱਲ ਨੂੰ ਕਿਵੇਂ ਇੱਕ ਨਿਸ਼ਚਿਤ ਰੂਪ ਦੇ ਵਿੱਚ ਯਾਦ ਰੱਖਣਾ ਹੈ, ਉਹਨੂੰ ਕਿਵੇਂ ਸਮਝ
ਸਮਝ ਦੇ ਘੇਰੇ ਦੇ ਨਾਲ ਨਾਲ ਲੈ ਕੇ ਤੁਰਨਾ ਹੈ। ਇਹਦੇ ਵਾਸਤੇ ਬਹੁਤ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪੜ੍ਹਨ ਦਾ ਵੀ ਮਕਸਦ ਚੁਣੀਏ। ਸਾਡੇ ਕੋਲ ਤਾਂ ਹੱਲੇ ਸੁਣਨ ਦਾ ਮਕਸਦ ਵੀ ਨਹੀਂ ਹੈ। ਇਹ ਮੈਂ ਉਲਾਂਭੇ ਨਹੀਂ ਦੇ ਰਿਹਾ। ਇੱਕ ਗੱਲ ਅੱਜ ਦੇ ਮੇਰੇ ਵਕਤਵਯ ਜਿਹੜਾ ਮੈਂ ਬੋਲ ਰਿਹਾ, ਇਹਦੇ ਵਿੱਚ ਇੰਨੀ ਗੱਲ ਸਪਸ਼ਟ ਹੈ ਕਿ ਮੈਂ ਨਾ ਪੱਖੀ ਵਿਚਾਰਾਂ ਦੀ ਗੱਲ ਨਹੀਂ ਕਰ ਰਿਹਾ, ਸਿਰਫ ਤੇ ਸਿਰਫ ਹਾਂ ਪੱਖੀ ਵਿਚਾਰਾਂ ਦੇ ਅੰਦਰ ਆਉਂਦੀਆਂ ਅੜਚਨਾਂ ਦੀ ਗੱਲ ਹੋ ਰਹੀ ਹੈ। ਨਾ ਪੱਖੀ ਵਿਚਾਰਾਂ ਦੀ ਗਿਣਤੀ ਬਹੁਤ ਲੰਬੀ ਹੈ। ਉਲਾਂਭੇ ਦਿੰਦੇ ਦਿੰਦੇ ਥੱਕ ਜਾਾਂਗੇ ਸਮਾਜ ਦੇ ਕਿਸੇ ਵੀ ਘੇਰੇ ਵਿੱਚ, ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਵੀ ਵਿਅਕਤੀ ਬਾਰੇ। ਸਾਡੇ ਕੋਲ ਉਹਦੇ ਵਾਸਤੇ ਨਾ ਤਾਂ ਸਮਾਂ ਹੋਣਾ ਚਾਹੀਦਾ ਹੈ ਤੇ ਨਾ ਹੀ ਇਰਾਦੇ। ਤਾਂ ਹੀ ਸਾਨੂੰ ਆਪਣੇ ਬੁਲਾਰਿਆਂ ਪ੍ਰਤੀ ਇੱਕ ਖਾਸ ਤਾਕੀਦ ਤਾਂ ਨਿਸ਼ਚਿਤ ਰੱਖਣੀ ਪਏਗੀ। ਉਹਨਾਂ ਦੀ ਵਿਦਵਤਾ ਤੇ ਹੰਕਾਰ ਦੋਵੇਂ ਠਾਰ ਕੇ ਰੱਖੇ ਜਾਣ। ਵਿਚਾਰ ਵਟਾਂਦਰੇ ਅੰਦਰ ਕੱਦ ਭਾਵੇਂ ਛੋਟੇ ਵੱਡੇ ਹੋਣ, ਕੋਈ ਬਜ਼ੁਰਗ ਹੋ ਸਕਦਾ ਹੈ ਤੇ ਉਹਦੇ ਬਰਾਬਰ ਕੋਈ ਨੌਜਵਾਨ ਵੀ ਗੱਲ ਕਰ ਸਕਦਾ ਹੈ, ਪਰ ਉਹਦੀ ਵਿਚਾਰਾਂ ਦੀ, ਉਹਦੀ ਬੋਲਬਾਣੀ ਦੀ ਤੇ ਉਹਦੀ ਨਿਸ਼ਚਿਤ ਗਿਆਨ ਦੀ ਸੀਮਾ ਰੇਖਾ ਕਿਸੇ ਨੈਤਿਕਤਾ ਦੇ ਆਧਾਰ ਤੇ ਚੰਗੇ ਘੇਰੇ 'ਚ ਹੋਵੇ। ਉਸ ਤੋਂ ਬਾਅਦ ਜੇ ਸਿੱਟੇ ਜਿਹੜੇ ਨਿਕਲਣੇ ਨੇ, ਸਾਡੇ ਕੋਲ ਵਿਚਾਰ ਕਰਨ ਤੱਕ ਦੇ ਕਾਇਦੇ ਤਾਂ ਫਿਰ ਵੀ ਹੈਗੇ ਆ। ਬਹੁਤ ਸਾਰੇ ਅਦਾਰੇ ਸੋਹਣੀ ਵਿਚਾਰਾਂ ਕਰਦੇ ਨੇ ਅੱਜ ਤੱਕ। ਸੋਹਣੀਆਂ ਵਿਚਾਰਾਂ ਹੋਈਆਂ ਹੋਣ ਕਰਕੇ ਹੀ ਅਸੀਂ ਉਹਨਾਂ 'ਚੋਂ ਕੁਝ ਗੱਲਾਂ ਇਕੱਠੀਆਂ ਕਰ ਸਕੇ ਹਾਂ, ਜਿਹਦੇ ਕਰਕੇ ਸਿੱਖੇ ਹਾਂ। ਪਰ ਕਮੀ ਜਿੱਥੇ ਤੀਸਰੇ ਪੜਾਅ ਦੀ ਆ ਰਹੀ ਹੈ, ਜਿੱਥੇ ਸਾਨੂੰ ਨਤੀਜੇ ਨਹੀਂ ਮਿਲ ਰਹੇ, ਉਹ ਇਹੀ ਹੈ ਕਿ ਅਸੀਂ ਨਤੀਜਿਆਂ ਉੱਤੇ ਸਹੀ ਸਮੇਂ ਗੱਲ ਕਰਨੀ ਨਹੀਂ ਜਾਣਦੇ। ਸਾਡੇ ਕੋਲ ਜਾਂ ਤਾਂ ਉਸ ਵੇਲੇ ਨਤੀਜੇ ਆਉਂਦੇ ਨੇ ਜਦੋਂ ਅਸੀਂ ਬਹੁਤ ਦੇਰ ਕਰ ਚੁੱਕੇ ਹੁੰਦੇ ਹਾਂ, ਜਾਂ ਅਸੀਂ ਬਹੁਤ ਜਲਦੀ ਨਤੀਜੇ ਕੱਢ ਕੇ ਬੈਠ ਜਾਂਦੇ ਹਾਂ। ਸੰਘਰਸ਼ ਤੇ ਤੁਰਨ ਦਾ ਸਫ਼ਰ ਖਾਲੀ ਰਹਿ ਜਾਂਦਾ। ਫਿਰ ਤੁਰਾਂਗੇ ਨਹੀਂ ਤਾਂ ਉਹ ਜਿਹੜੇ ਸਾਡੇ ਕੱਢੇ ਹੋਏ ਸਿੱਟੇ ਨੇ ਉਹ ਪੂਰੇ ਨਹੀਂ ਨਿਕਲਣੇ। ਇਹਨਾਂ ਗੱਲਾਂ ਵਾਸਤੇ ਹੀ ਇਕੱਤਰਤਾ ਦਾ ਇੱਕ ਰਸ ਹੋਣਾ ਜ਼ਰੂਰੀ ਹੈ। ਇਹੀ ਸਾਡੇ ਵਿਚਾਰਾਂ ਦੇ ਇਕੱਠੇ ਹੋਣ ਦੀ ਕਹਾਣੀ ਹੈ। ਇਹੀ ਸਾਡੇ ਬੋਲਣ ਦਾ ਮਕਸਦ ਹੈ। ਬੋਲਣ ਨੂੰ ਮੈਂ ਵੀ ਬੋਲ ਰਿਹਾ ਹਾਂ, ਬੋਲਣ ਨੂੰ ਤੁਸੀਂ ਵੀ ਬੋਲ ਸਕਦੇ ਹੋ। ਸਮਾਜ ਦੇ ਵੱਡੇ ਘੇਰੇ ਵਿੱਚ ਜਾਂਦੇ ਹਾਂ, ਅੱਜ ਤੱਕ ਸੁਣਦੇ ਆਏ ਹਾਂ ਅਸੀਂ ਹਰ ਇੱਕ ਦੇ ਕੋਲੋਂ, ਬਹੁਤ ਕੁਝ ਸਿੱਖਦੇ ਵੀ ਆਏ ਹਾਂ। ਉਹ ਸਿੱਖਿਆ ਦੇ ਖਿੰਡਾਅ ਨੂੰ ਇਕੱਠੇ ਹੋਣ ਦਾ ਸਮਾਂ ਚਾਹੀਦਾ ਹੈ। ਫਿਰਕਾ ਪ੍ਰਸਤੀ ਖਿੰਡਾਅ ਦਾ ਨਾਮ ਹੈ। ਜਦੋਂ ਤੁਸੀਂ ਆਪੋ ਆਪਣੇ ਸੁਪੀਰੀਓਰਿਟੀ ਕੰਪਲੈਕਸ ਨੂੰ ਇੰਨਾ ਬਰੂਟਲ ਕਰ ਲੈਂਦੇ ਹੋ, ਇੰਨਾ ਸਖਤ ਕਰ ਲੈਂਦੇ ਹੋ ਕਿ ਦੂਸਰੇ ਦੀ ਹੋਂਦ ਨੂੰ ਮੰਨਦੇ ਹੀ ਨਹੀਂ। ਇਸ ਗੱਲ ਤੋਂ ਜਦੋਂ ਅਸੀਂ ਅੱਗੇ ਵਧਾਂਗੇ, ਮੈਂ ਆਸ ਕਰਦਾ ਉਸ ਗੱਲ ਦੇ ਅੱਗੇ ਵਧਣ ਦੇ ਨਾਲ ਹੀ ਸਾਡੀ ਤੋਰ ਅੱਗੇ ਤੁਰ ਪਏਗੀ। ਫਿਰ ਸਾਡੀ ਸਿੱਖਿਆ ਤੇ ਸਾਡੇ ਵਿਚਾਰ ਵਟਾਂਦਰੇ ਅੰਦਰ ਕੋਈ ਉਚੇਚ ਨਹੀਂ ਰਹਿਣੀ। ਉਸ ਉਚੇਚ ਨੂੰ ਪਰੇ ਛੱਡਣ ਦਾ ਨਾਮ ਹੀ ਸਿੱਖਿਆ ਦਾ ਅਸਲ ਧਾਰਨੀ ਹੋਣਾ। ਸਿੱਖਿਆ ਕੋਈ ਬੈਜ ਨਹੀਂ ਹੈ ਜਿਹੜਾ ਲਟਕਾ ਕੇ ਘੁੰਮਿਆ ਜਾ ਸਕੇ। ਤੁਹਾਡੇ ਆਚਾਰ ਵਿਹਾਰ ਤੋਂ ਹੀ ਝਲਕਦਾ ਹੈ ਹਮੇਸ਼ਾ। ਭਾਵੇਂ ਵੱਡਾ ਦਾਨਿਸ਼ਮੰਦ ਹੋਵੇ ਤੇ ਭਾਵੇਂ ਕੋਈ ਮੁੱਢਲਾ ਸਿਖਾਂਦਰੂ, ਉਹਦੀ ਜਿਹੜੀ ਬੋਲਬਾਣੀ ਤੇ ਆਚਾਰ ਵਿਹਾਰ ਹੈ ਉਸਦੇ ਦੁਆਰਾ, ਉਸਦੇ ਪ੍ਰਤੱਖ ਝਲਕਾਰੇ ਤੋਂ ਹੀ ਸਾਡੇ ਮੂਹਰੇ ਸਿਰਫ ਇੰਨਾ ਕੁ ਆਸ਼ਾ ਵੱਝਦਾ ਹੈ ਕਿ ਇਹ ਬੰਦਾ ਕਿਸੇ ਵਿਦਿਅਕ ਪਹੁੰਚ ਦੀ ਪ੍ਰੋੜਤਾ ਕਰਦਾ ਹੈ ਜਾਂ ਨਹੀਂ। ਇਹਨਾਂ ਗੱਲਾਂ ਦੇ ਮਰਮ ਤੇ ਤੱਤ ਤੱਕ ਅਸੀਂ ਪਹੁੰਚੀਏ। ਇਹਨਾਂ ਗੱਲਾਂ ਦੇ ਅਸਲ
ਢਾਂਚੇ ਨੂੰ ਸਿਰਜੀਏ, ਤੇ ਜਿਹੜਾ ਪਿੱਛੇ ਮਲਬਾ ਬਚ ਰਿਹਾ ਹੈ ਉਹਨੂੰ ਨਾ ਤਾਂ ਅਸੀਂ ਆਪਣੀ ਅਗਲੀ ਚਰਚਾ ਦੇ ਵਿੱਚ ਹਿੱਸਾ ਰੱਖੀਏ, ਉਹਨੂੰ ਇੱਕ ਅਤੀਤ ਤੇ ਇਤਿਹਾਸ ਦਾ ਹਿੱਸਾ ਬਣਾ ਕੇ ਉਵੇਂ ਦਾ ਉਵੇਂ ਰਹਿਣ ਦਈਏ, ਤਾਂ ਮੈਂ ਸਮਝਦਾ ਘੱਟੋ ਘੱਟ ਸਾਡੇ ਆਉਣ ਵਾਲੇ ਸਮੇਂ ਦੇ ਲਈ ਬਹੁਤ ਕੁਝ ਖਾਲੀ ਬਚ ਜਾਏਗਾ, ਜਿੱਥੇ ਅਸੀਂ ਬਹੁਤ ਚੀਜ਼ਾਂ ਦੀ ਚੰਗੀ ਪੈਦਾਵਾਰ ਕਰ ਸਕਦੇ ਹਾਂ, ਚੰਗੇ ਵਿਚਾਰਾਂ ਦੀ, ਚੰਗੇ ਭਾਵਾਂ ਦੀ, ਤੇ ਚੰਗੇ ਭਾਵਾਂ ਤੋਂ ਨਿਕਲੇ ਹੋਏ ਚੰਗੇ ਸਮਾਜ ਦੀ। ਇਸੇ ਆਸ ਦੇ ਨਾਲ ਮੈਂ ਅੱਜ ਦੀ ਵਿਚਾਰ ਨੂੰ ਇੱਥੇ ਹੀ ਰੋਕਦਾ। ਸਮਾਂ ਬਣਿਆ ਤੇ ਵਿਚਾਰਾਂ ਦੀ ਜੇ ਫੇਰ ਲੋੜ ਪਈ ਜ਼ਰੂਰ ਅੱਗੇ ਸਾਂਝੀ ਕਰਦੇ ਰਵਾਂਗੇ। ਤਦ ਤੱਕ ਲਈ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਵੀ ਸੁਣਿਆ ਤੇ ਜੋ ਅੱਗੇ ਸੁਣਨਗੇ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।